सतनाम श्री वाहिगुरु साहिब जीओ। सिख्यो आवाज दोहरा। कारण सूक्ष्म देह द्वै कही सो समझी देव। अब कहिए करके कृपा स्थूल देह को भेव। कारण सूक्ष्म देह द्वै। वाहिगुरु जी का खालसा वाहिगुरु जी की फतेह। अध्यात्म प्रकाश के 65 ਜਿਹੜੇ ਆ ਉਹ ਛੰਦ ਹੋ ਚੁੱਕੇ ਆ ਤੇ ਸੂਖਮ ਦੇ ਕਾਰਨ ਦੇ ਜਿਹੜੀ ਜੀਵ ਦੀ ਉਹਦੇ ਬਾਰੇ ਪੜ੍ਹ ਲਿਆ ਸੀ ਵੀ ਜਿਹੜੀ ਸਥੂਲ ਦੇ ਮਨੁੱਖ ਕਿਉਂ ਧਰਦਾ ਇਹ ਗੁਰੂ ਨੇ ਦੱਸਿਆ ਸੀ ਵੀ ਜਿਹੜੇ ਕਰਮ ਪੂਰਬਲੇ ਕੀਤੇ ਹੁੰਦੇ ਆ ਉਹਨਾਂ ਨੂੰ ਭੋਗਣ ਉਹਨਾਂ ਦੇ ਫਲ ਨੂੰ ਭੋਗਣ ਵਾਸਤੇ ਹੀ ਇਹ ਦੇਹ ਜਿਹੜੀ ਹੈ ਜੀਵ ਸਥੂਲ ਧਰ ਲੈਂਦਾ ਉਹਨਾਂ ਨੂੰ ਭੋਗਣ ਵਾਸਤੇ। ਸੋ ਸਿੱਖ ਨੇ ਫਿਰ ਅੱਗੋਂ ਕਥਨ ਕੀਤਾ ਹੈ, ਆਓ ਆਪਾਂ ਵਿਚਾਰੀਏ। ਸਿੱਖਿਓ ਵਾਚ ਕਾਰਨ ਸੂਖਮ ਦੇਹ ਦੁਐ ਕਹੀ ਸੋ ਸਮਝੀ ਦੇਵ। ਇੱਥੋਂ ਅਰਥ ਲੈਣਾ, हे ਪੂਜਨੀਕ ਗੁਰੂ ਦੇਵ ਕਹੀਏ ਪੂਜਨੀਕ ਗੁਰੂ ਜੀ, ਤੁਸਾਂ ਨੇ ਜਿਹੜੀ ਕਾਰਨ ਦੇਹੀ ਆ ਤੇ ਸੂਖਮ ਦੇਹੀ ਆ ਦੁਆ ਕਹੀਏ ਦੋਵੇਂ ਹੀ ਇਹ ਆਪ ਜੀ ਨੇ ਕਹੀਆਂ ਹਨ ਆਖੀਆਂ ਹਨ। ਉਹ ਗੁਰੂ ਜੀ ਸੋ ਉਹ ਮੈਂ ਸਮਝ ਲਈਆਂ, ਜਿਵੇਂ ਕਹੀਆਂ ਮੈਨੂੰ ਸਮਝ ਆ ਗਈ ਆ। ਕਾਰਨ ਦੇਹ ਕਿਵੇਂ ਜੀਵ ਦੀ, ਸੂਖਮ ਦੇਹ 'ਚ ਕੀ ਆਉਂਦਾ ਹੈ, ਕਿਹੜੇ ਤੱਤ ਆਉਂਦੇ ਉਹ ਮੈਂ ਸਮਝ ਲਿਆ ਹੈ। ਅਬ ਕਹੀਏ ਕਰਕੇ ਕਿਰਪਾ, ਹੁਣ ਤੁਸੀਂ ਕਿਰਪਾ ਕਰਕੇ ਮਿਹਰ ਦੀ ਦ੍ਰਿਸ਼ਟੀ ਕਰਕੇ ਮੈਨੂੰ ਕਹਿਣਾ ਕਰੋ। ਸਥੂਲ ਦੇਹ ਕੋ ਭੇਵ, ਜਿਹੜੀ ਤੁਸੀਂ ਕਿਹਾ ਵੀ ਸਥੂਲ ਦੇ ਇਹ ਜੀਵ ਕਰਮਾਂ ਦੇ ਭੋਗਾਂ ਨੂੰ ਉਹਦੇ ਫਲ ਨੂੰ ਪਾਉਣ ਵਾਸਤੇ ਧਾਰਦਾ, ਉਹ ਸਥੂਲ ਦੇਹ ਦੇ ਤਾਂ ਹੀ ਮੈਨੂੰ ਭੇਵ ਜਿਹੜਾ ਭੇਦ ਦੇ ਸਮਝਾਉਣਾ ਕਰੋ ਕਿਵੇਂ ਉਹ ਬਣੀ। ਸ੍ਰੀ ਗੁਰੂ ਵਾਚ ਸ਼੍ਰੋਮਣੀ ਗੁਰੂ ਜੀ ਆਵਾਜ਼ ਕਹੀਏ ਕਥਨ ਕਰ ਲੱਗੇ। ਮਰਹਟਾ ਛੰਦ ਮਹਾਭੂਤ ਪੰਚੀ ਕ੍ਰਿਤ ਕਰਕੇ। ਸੋਹਣਾ ਸਿੱਖ ਜਿਹੜੇ ਮਹਾਭੂਤ ਭਾਵ ਮਹਾ ਕਈ ਵੱਡੇ ਜਿਹੜੇ ਤਾਤੇ ਆ, ਭਾ ਸਥੂਲ ਤਾਤੇ ਆਕਾਸ਼ ਹਵਾ ਅੱਗ ਪਾਣੀ ਧਰਤੀ। ਹਾਂਜੀ, ਉਹਨਾਂ ਦਾ ਪੰਚੀਕ੍ਰਿਤ ਕਹੀਏ ਪੰਚੀਕਰਨ ਕਰਕੇ ਸੰਚਿਤ ਕਰਮ ਉਪਾਵੈ। ਜਿਹੜੇ ਸੰਚਿਤ ਕਰਮ ਪਾ ਪਿਛਲੇ ਕੀਤੇ ਕਰਮ ਸੰਚਿਤ ਕਹੀਏ ਇਕੱਠੇ ਹੋਏ ਕਰਮ ਆ ਉਹ ਪਾਵੇ ਜਿਹੜੇ ਉਤਪਤ ਹੋ ਜਾਂਦੇ ਹਨ। ਅਥਵਾ ਵੀ ਸੰਚਿਤ ਕਰਮਾਂ ਦਾ ਫਲ ਭੁਗਤਾਉਣ ਵਾਸਤੇ ਮਨੁੱਖ ਸਰੀਰ ਪੈਦਾ ਕੀਤਾ ਜਾਂਦਾ ਹੈ। ਜਿਹੜੇ ਸੰਚਿਤ ਕਰਮ ਆ ਉਹ ਆਪਣਾ ਫਲ ਭੁਗਤਾਉਣ ਵਾਸਤੇ ਮਨੁੱਖਾ ਸਰੀਰ ਪੈਦਾ ਕਰਦੇ ਆ। ਸੰਚਿਤ ਕਰਮ ਕੀ ਹੁੰਦੇ ਅੱਗੇ ਹੋਰ ਆ ਜਾਣਾ ਖੋਲ ਕੇ। ਸੰਚਿਤ ਕਰਮ ਜਿਹੜੇ ਹੀ ਆ ਦੇਹ 'ਚ ਕਰਨੇ ਆ ਤੇ ਜਾਂ ਪਿੱਛੇ ਜਿਹੜੀਆਂ ਦੇਹਾਂ 'ਚ ਕੀਤੇ ਇਕੱਠੇ ਹੋਏ ਪਏ ਉਹ ਸੰਚਿਤ ਕਰਮ ਹੁੰਦੇ। ਕਿਰਿਆਵਾਂ ਜਿਹੜੇ ਆਪਾਂ ਰੋਜ਼ ਹੁਣ ਕਰਨ ਡਏ ਆ ਨਿਤਾ ਪ੍ਰਤੀ ਪਰਾ ਲੱਭਦੇ ਜਿਹਦੇ ਕਰਕੇ ਸਰੀਰ ਮਿਲਿਆ। ਤੇ ਦੱਸਣ ਦੇ ਗੁਰੂ ਜੀ ਕਿ ਜਿਹੜੇ 5 ਮਹਾਭੂਤ ਆ ਭਾਵ ਆਕਾਸ਼ ਹਵਾ ਅੱਗ ਪਾਣੀ ਧਰਤੀ, ਇਹਨਾਂ ਦਾ ਪੰਚੀਕਰਨ ਕਰਕੇ ਭਾਵ ਇਹਨਾਂ ਨੂੰ ਇਹਨਾਂ ਦੇ 5 ਹਿੱਸੇ ਕਰਕੇ ਤੇ ਸੰਚਿਤ ਕਰਮ ਭਾਵ ਹੈ। ਜਿਹੜੇ ਸੰਚਿਤ ਕਰਮ ਆ ਜਿਹੜੇ ਇਕੱਤਰ ਹੋਏ ਕਰਮ ਆ ਉਹ ਭਾਵੇਂ ਉਤਪਤ ਹੋ ਜਾਂਦੇ ਆ। ਭਾਵ ਸੰਚਿਤ ਕਰਮ ਹੀ ਜਿਹੜੇ ਆ ਇਹ ਜੀਵ ਨੂੰ ਫਲ ਭੁਗਤਾਉਣ ਵਾਸਤੇ ਮਨੁੱਖਾ ਸਰੀਰ ਪੈਦਾ ਕਰਦੇ ਆ ਜਿਹੜੇ ਇਕੱਠੇ ਹੋਏ ਪਏ। ਸੁਖ ਔਰ ਦੁੱਖ ਕੇ ਭੋਗ ਕਰਨ ਕੋ, ਫਿਰ ਜਿਹੜਾ ਸੁਖ ਆ ਅਰਕ ਅਤੇ ਦੁੱਖ ਦੇ ਜਿਹੜੇ ਫਲ ਭੋਗਣ ਕਰਨ ਵਾਸਤੇ ਸਥੂਲ ਦੇ ਸ਼ਬ ਪਾਵੇ। ਬੜੀ ਜਿਹੜੀ ਸੁੰਦਰ ਆ ਛਵੀ ਕਹੀਏ ਬੜੀ ਸੁੰਦਰ ਆ
ਉਹ ਸਥੂਲ ਦੇਹੀ ਛਾ ਜਾਂਦੀ। ਸਥੂਲ ਦੇਹ ਨੂੰ ਛਬ ਛਾਵਿਆ ਕਹੀਏ ਬਣਾ ਕੇ ਨਾ, ਬੜੀ ਛਬ ਸ਼ੋਭਾ ਦੀ ਤਰ੍ਹਾਂ ਸ਼ੋਭਾ ਦੇ ਨਾਲ ਛਾਵਿਆ ਛਾ ਜਾਂਦੀ ਆ, ਵਿਰਾਜਮਾਨ ਕਰ ਲੈਂਦੇ। ਜਿਹੜੇ ਸੰਜਿਤ ਕਰਮ ਆ ਉਹਨਾਂ ਵਿੱਚੋਂ ਇੱਕ ਕਰਮ ਜਿਹੜਾ ਪ੍ਰਾਲਬਧ ਬਣਦਾ, ਉਹ ਪ੍ਰਾਲਬਧ ਜਿਹੜਾ ਕਰਮ ਆ ਉਹ ਜੀਵ ਨੂੰ ਸੁੱਖ ਅਤੇ ਦੁੱਖ ਦੇ ਫਲ ਨੂੰ ਭੋਗਣ ਵਾਸਤੇ ਭੁਗਾਉਣ ਵਾਸਤੇ ਸਥੂਲ ਦੇਹ ਦਾ ਰੂਪ ਧਾਰ ਕੇ ਛਵੀ ਛਾ ਜਾਂਦੀ ਹੈ। ਭਾਵ ਸਥੂਲ ਦੇਹ ਉਹ ਪ੍ਰਾਲਬਧ ਕਰਮ ਬਣਾ ਦਿੰਦਾ ਹੈ। ਇੱਥੇ ਅਰਥ ਭਾਵੇਂ ਇੱਦਾਂ ਹੀ ਕਰ ਦਿੰਦੇ ਆ ਵੀ ਸੰਜਿਤ ਕਰਮ ਪੈਦਾ ਕਰਦਾ ਮਹਾਭੂਤ ਜਿਹੜੇ ਆ ਉਹਦਾ ਪੰਜੀਕਰਨ ਕਰਕੇ ਤੇ ਸੰਜਿਤ ਕਰਮ ਪੈਦਾ ਹੁੰਦਾ। ਹਾਂਜੀ, ਤੇ ਸੁੱਖ ਦੇ ਦੁੱਖ ਦੇ ਭੋਗਾਂ ਨੂੰ ਵਾਸਤੇ ਸਥੂਲ ਦੇਹ ਬਣਾ ਜਾਂਦੀ ਆ। ਅਸਲ ਵਿੱਚ ਸੌਖਾ ਸਮਝਣ ਲਈ ਤਰੀਕਾ ਇਹ ਆ, ਜਿਹੜੇ ਸੰਚਿਤ ਕਰਮ ਆ ਭਾਵੇਂ ਸਾਡੇ ਪੂਰਬਲੇ ਕਰਮ ਜਿਹੜੇ ਇਕੱਠੇ ਹੋਏ ਪਏ ਆ, ਪਤਾ ਨਹੀਂ ਕਿੰਨੇ ਕੁ ਪਏ, ਉਹਨਾਂ ਵਿੱਚੋਂ ਜਿਹੜਾ ਕਰਮ ਭੋਗਣ ਵਾਸਤੇ ਉਤਪੰਨ ਹੁੰਦਾ ਨਾ, ਜਿਹਦੇ ਫਲ ਨੂੰ ਭੁਗਤਾਉਣ ਵਾਸਤੇ ਈਸ਼ਵਰ ਇਹ ਜੀਵ ਨੂੰ ਪੈਦਾ ਕਰਦਾ, ਉਹ ਪ੍ਰਾਲਬਧ ਕਰਮ ਕਰਕੇ ਇਸ ਸਥੂਲ ਦੀ ਪ੍ਰਾਪਤ ਹੁੰਦੀ। ਜਿਹੜਾ ਇੱਕ ਸੰਜਿਤ ਕਰਮ 'ਚ ਕਰਮ ਪ੍ਰਫੁੱਲਤ ਭਾਵ ਖੇੜਾ ਹੁੰਦਾ ਨਾ, ਜਿਹਦਾ ਫਲ ਭੁਗਤਾਉਣਾ ਹੁੰਦਾ ਸੰਜਿਤ ਕਰਮਾਂ ਨੇ, ਉਹਨੂੰ ਕਹੀਦਾ ਪ੍ਰਾਲਬਧ ਕਰਮ। ਉਹ ਪ੍ਰਾਲਬਧ ਕਰਮ ਕਰਕੇ ਸਰੀਰ ਮਿਲਦਾ, ਫਿਰ ਉਹ ਸਰੀਰ ਮਿਲਣੇ ਕਰਕੇ ਪ੍ਰਾਲਬਧ ਜਿਹੜੀ ਭੋਗਣੀ ਪੈਂਦੀ, ਸੁੱਖ ਹੋਵੇ ਚਾਹੇ ਦੁੱਖ ਹੋਵੇ। ਤੇ ਉਹਦੇ ਵਾਸਤੇ ਸਥੂਲ ਦੇ ਜਿਹੜੀ ਬੜੀ ਛਵੀ ਸੁੰਦਰ ਛਾਵੈ ਕਹੀਏ ਛਾ ਜਾਂਦੀ ਆ, ਭਾਵ ਬਣ ਜਾਂਦੀ। ਸਿੱਖਿਓ ਬਾਜ ਪੰਚੀਕ੍ਰਿਤ ਮੈਂ ਸਮਝਾਇਓ ਨਹੀਂ। हे ਗੁਰੂ ਜੀ, ਇਹ ਜਿਹੜਾ ਪੰਜੀਕਰਨ ਤੁਸੀਂ ਹੁਣੇ ਮੈਨੂੰ ਕਿਹਾ ਸ਼ਬਦ, ਇਹ ਤੇ ਤੁਸਾਂ ਨੇ ਮੈਨੂੰ ਸਮਝਿਆ, ਪੰਚੀਕ੍ਰਿਤ ਮੈਂ ਸਮਝਿਆ ਨਹੀਂ। हे ਗੁਰੂ ਜੀ, ਪੰਚੀਕ੍ਰਿਤ ਜਿਹੜਾ ਤੁਸਾਂ ਨੇ ਇਹ ਕਿਹਾ ਹੈ, ਪੰਜੀਕਰਨ ਹੁੰਦਾ ਮਹਾਭੂਤਾਂ ਦਾ, ਸੰਚਿਤ ਕਰਮ ਪੈਦਾ ਕਰਦੇ ਆ, ਇਹ ਮੈਂ ਸਮਝਿਆ ਨਹੀਂ। ਜੋ ਪ੍ਰਭ ਆਪ ਬਤਾਇਓ, हे ਪ੍ਰਭੂ ਜੀ, ਜੋ ਆਪ ਜੀ ਨੇ ਬਤਾਇਓ ਕਿ ਇਹ ਦੱਸਣਾ ਕੀਤਾ ਪੰਚੀਕ੍ਰਿਤ ਸ਼ਬਦ ਮੈਂ ਨਹੀਂ ਸਮਝਿਆ ਹਾਂ। ਸੋ ਵਿਸਥਾਰ ਪੂਰਵਕ ਮੋਹ ਸੋ, ਇਸ ਕਰਕੇ ਇਹ ਜਿਹੜਾ ਪੰਚੀਕਰਨ ਆ ਇਹ ਸੋ ਕਹੀਏ ਇਹਦੇ ਤਾਈਂ ਬੜਾ ਵਿਸਥਾਰ ਪੂਰਵਕ ਬੜੇ ਵਿਸਥਾਰ ਸਹਿਤ ਭਾਲੀ ਪ੍ਰਕਾਰ ਮੋਹ ਸੋ ਕਹੀਏ ਮੇਰੇ ਤਾਈਂ। ਸੋ ਵਿਸਥਾਰ ਉਹ ਜਿਹੜਾ ਪੰਚੀਕਰਨ ਆ ਉਹਦਾ ਵਿਸਥਾਰ ਪੂਰਵਕ ਮੋਹ ਸੋ ਕਹੀਏ ਮੇਰੇ ਤਾਈਂ। ਕਹੀਏ ਪ੍ਰਭ ਸ਼ਬ ਛਾਇਓ, ਇਹ ਸ਼ਬ ਇਹ ਸੁੰਦਰ ਪ੍ਰਭੂ ਰੂਪ ਮੇਰੇ ਗੁਰੂ ਵਿਰਾਜਮਾਨ ਪ੍ਰਭੂ ਜੀ, ਤੁਸੀਂ ਛਾਇਓ ਬੜੇ ਛਾ ਰਹੇ ਹੋ, ਤੁਹਾਡੀ ਛਵੀ ਸੁੰਦਰਤਾ ਬੜੀ ਛਾ ਰਹੀ ਹੈ ਮੇਰੇ ਤਾਈਂ। ਵਿਸਥਾਰ ਪੂਰਵਕ ਕਹੋ ਜੀ। ਸ੍ਰੀ ਗੁਰੂ ਬਾਚ ਦੋਹਰਾ ਮਹਿ ਕਠੋਰ ਆ ਦਰਵਤ ਜਲ। ਇਹ ਸਿੱਖ ਪਹਿਲਾਂ ਤੇ ਤੂੰ ਇਹ ਗੱਲ ਪੱਕੀ ਕਰ ਲਾ, ਜਿਹੜੀ ਮਹਿ ਕਹੀਏ ਧਰਤੀ ਆ, ਤੇ ਉਹ ਧਰਤੀ ਦਾ ਸੁਭਾਅ ਕਠੋਰ ਬੜਾ ਸਖਤ ਆ, ਧਰਤੀ ਭਾਵ ਸਖਤ ਆ। ਆਰ ਦਰਵਤ ਜਲ, ਅਤੇ ਜਿਹੜਾ ਜਲ ਆ ਉਹ ਜਲ ਪਾਣੀ ਦਾ ਸੁਭਾਅ ਦਰਵਤ ਗਿਆ, ਦਰਵਣਾ ਢਲਣਾ ਚੱਲਣਾ। ਪਾਣੀ ਇੱਕ ਦਰਵ ਪਦਾਰਥ ਹੈ, ਤਰਲ ਪਦਾਰਥ ਆ। ਜਲ ਕੀ ਹਮੇਸ਼ਾ ਦਰਵ ਦਾ ਢਲਦਾ ਚੱਲਣ ਵਾਲਾ ਹੈ, ਇਹ ਵੀ ਯਾਦ ਰੱਖ। ਤੇਜ ਉਸਨਤਾ ਮਾਨ, ਫਿਰ ਜਿਹੜੀ ਤੇਜ ਅੱਗ ਆ, ਅੱਗ ਵਿੱਚ ਤੂੰ ਉਸਨਤਾ ਕਹੀਏ ਗਰਮੀ ਮਾਨ ਮੰਨ ਲੈਣਾ ਕਰ। ਤੇਜ ਅੱਗ ਦਾ ਉਸਨਤਾ ਕਹੀਏ ਤਪਸ਼ਤਾ ਗਰਮੀ ਦਾ ਸੁਭਾਅ ਹੈ। ਚਲਤ ਵਾਯੂ ਖਾਲੀ ਜਹਾਂ, ਤੇ ਜਿਹੜੀ ਹਵਾ ਆ ਵਾਯੂ ਕਹੀਏ ਹਵਾ ਦਾ ਸੁਭਾਅ ਕੀ ਹੈ ਚਲਤ ਚੱਲਣਾ, ਚਲਤ ਵਾਯੂ ਇੰਨਾ ਹੀ ਅਰਥ ਕਰਨਾ। ਜਿਹੜਾ ਵਾਯੂ ਹਵਾ ਉਹਦਾ ਸੁਭਾਅ ਕੀ ਹੈ ਚੱਲਣਾ। ਹਵਾ ਹਮੇਸ਼ਾ ਚੱਲਦੀ ਰਹਿੰਦੀ, ਰੁਕੀ ਥੋੜ੍ਹੀ ਹੁੰਦੀ, ਜਦੋਂ ਵੀ ਆਵੇ ਹਵਾ ਚੱਲਦੀ ਆ ਬਸ। ਹਵਾ ਦਾ ਸੁਭਾਅ ਚੱਲਣ ਵਾਲਾ। ਖਾਲੀ ਜਹਾਂ, ਤੇ ਜਿੱਥੇ ਵੀ ਖਾਲੀ ਸਥਾਨ ਹੈ ਤਾਂ ਆਕਾਸ਼ ਵਿਖਾਣ, ਉੱਥੇ ਹੀ ਵਿਦਵਾਨ ਜਨ ਧਰਮ ਗ੍ਰੰਥ ਸ਼ਾਸਤਰ ਆਕਾਸ਼ ਦਾ ਵਿਖਿਆਨ ਕਰਦੇ ਆ, ਆਕਾਸ਼ ਦਾ ਕਥਨ ਕਰਦੇ ਵੀ ਜਿਹੜੀ ਖਾਲੀ ਜਗ੍ਹਾ ਆ ਜਿੱਥੇ ਵੀ ਉੱਥੇ ਆਕਾਸ਼ ਤੱਤ ਮਿਲਿਆ ਹੋਇਆ ਹੈ। ਦੋਹਰਾ ਏਕ ਤੱਤਵ ਕਹਿ ਪਾਂਜ ਕਰ। ਇਹ ਸਿੱਖ ਪਹਿਲਾਂ ਇੱਕ ਤੱਤ ਦੇ
ਜਿਹੜੇ ਇੱਕ ਤੱਤ ਭਾਵ ਇੱਕ ਤੱਤ ਕੱਢਿਆ ਜਿਹੜੇ ਪੰਜ ਮਹਾਭੂਤ ਆ ਆਕਾਸ਼ ਅਗਨੀ ਹਵਾ ਜਲ ਪਾਣੀ ਹੈ ਜਿਹੜੇ ਇਹ ਇੱਕ ਤੱਤ ਦੇ ਪੰਜ ਘਰ ਪੰਜ ਹਿੱਸੇ ਕਰਕੇ ਇੱਕ ਤੱਤ ਦੇ ਪੰਜ ਹਿੱਸੇ ਕਰਕੇ ਪਾਂਚਨ ਕੇ 25 ਇਹ ਇੱਕ ਤੱਤ ਦੇ ਪੰਜ ਕਰਕੇ ਪੰਜ ਹਿੱਸੇ ਕਰਕੇ ਫਿਰ ਪਾਂਚਨ ਕੇ ਫਿਰ ਪੰਜਾਂ ਦੇ ਇੱਕ ਤੱਤ ਦੇ ਪੰਜ ਹਿੱਸੇ ਕਰਕੇ ਫਿਰ ਪੰਜਾਂ ਤੱਤਾਂ ਦੇ 25 ਜਿਹੜੇ ਆ ਹਿੱਸੇ ਕਰ ਪੰਜਾਂ ਹਿੱਸਿਆਂ ਦੇ ਪੰਜਾਂ ਤੱਤਾਂ ਦੇ ਪੰਜ ਤੱਤ ਕਰ ਦੇਣੇ ਹੋ ਜਾਣੇ ਆ 25 ਬਣ ਜਾਣਗੇ। ਪੰਜ ਅੰਸ਼ ਨਿਆਰੇ ਰਹਿ ਇਹ ਪੰਜ ਤੱਤਾਂ ਦੇ ਜਿਹੜੇ ਮੁੱਖ ਹਿੱਸੇ ਆ ਉਹ ਨਿਆਰੇ ਵੱਖਰੇ ਰਹਿੰਦੇ ਆ। ਮਿਸਰਤ ਕੀ ਨੇ 20 ਬਾਕੀ ਜਿਹੜੇ 20 ਕਹੀਏ 20 ਹਿੱਸੇ ਆ ਉਹ ਮਿਸ਼ਰਤ ਮਿਲ ਜਾਂਦੇ ਮਿਸ਼ਰਤ ਮਿਲਾ ਦਿੱਤੇ ਜਾਂਦੇ। ਉਹ ਮਿਸਰਤ ਕਹੀਏ ਮਿਸਰਤ ਕੀ ਨੇ 20 ਜਿਹੜੇ 20 ਹਿੱਸੇ ਆ ਉਹ ਮਿਸ਼ਰਤ ਕੀਤੇ ਹੋਏ। ਇਹ ਇਸ ਪ੍ਰਕਾਰ ਪੰਚੀਕਰਨ ਗ੍ਰੰਥਾਂ ਵਿੱਚ ਜਿਹੜਾ ਆ ਉਹ ਲਿਖਿਆ ਹੋਇਆ ਵਾ। ਪੰਜ ਤੰਤਾਂ ਤੋਂ ਜਿਹੜਾ ਪੰਚੀਕਰਨ ਹੁੰਦਾ ਉਹ ਇਸ ਤਰ੍ਹਾਂ ਮੰਨਿਆ ਜਾਂਦਾ ਵਾ ਕਿਵੇਂ ਕਿ ਜਿਹੜਾ ਇੱਥੇ ਪੰਚੀਕਰਨ ਗਿਆ ਉਹ ਇਸ ਪ੍ਰਕਾਰ ਆ ਜਿਵੇਂ ਆਪਾਂ ਇਸ ਲਿਖਿਆ ਏਕ ਤੱਤਵ ਕੇ ਪੰਜ ਕਰ ਵੀ ਪਹਿਲਾਂ ਇੱਕ ਤੱਤ ਦੇ ਪੰਜ ਜਿਹੜੇ ਹਿੱਸੇ ਕਰ ਕਹੀਏ ਕਰ ਦੇਣੇ ਆ ਤੇ ਪਾਂਚਣਗੇ ਪੰਜਾਂ ਦੇ ਪੰਜ ਹਿੱਸੇ ਕਰ ਦੇਣੇ ਆ ਤੇ ਕੀ ਬਣ ਗਏ 25 ਬਣ ਗਏ। ਪੰਜਾਂ ਤੱਤਾਂ ਨੂੰ ਪੰਜ ਹਿੱਸੇ ਕਰਾਂਗੇ ਇੱਕ ਤੇ ਪੰਜ ਕਰਾਂਗੇ ਪੰਜਾਂ ਦੇ ਕਾਦੇ ਤੇ 25 ਹੋ ਗਏ ਤੇ ਪੰਜ ਅੰਸ਼ ਨਿਆਰੇ ਰਹੇ। ਪੰਜਾਂ ਤੱਤਾਂ ਜਿਹੜੇ ਮੁੱਖ ਹਿੱਸੇ ਆ ਮੁੱਖ ਹਿੱਸਾ ਵਾ ਅੱਧੇ ਵਾਲਾ ਉਹ ਵੱਖਰਾ ਰਹੂਗਾ। ਬਿਸਰਤ ਕੀ ਨੇ 20 ਤੇ 20 ਜਿਹੜੇ ਆ ਉਹ ਮਿਲਾ ਦੇਣੇ। ਵਿਦਾਂਤ ਜਿਹੜਾ ਵਿਦਾਂਤ ਮਤ ਮੁਤਾਬਕ ਆ ਉਹਦੇ ਵਿੱਚ ਪੰਚੀਕਰਨ ਗ੍ਰੰਥਾਂ ਵਿੱਚ ਵਿਚਾਰ ਸਾਗਰ ਆਦਿਕ ਹੋਰ ਵਿਚਾਰ ਚੰਦਰ ਉਹਦੇ 'ਚ ਇਸ ਤਰ੍ਹਾਂ ਲਿਖਿਆ ਵਾ ਕਿ ਪੰਜ ਤੱਤਾਂ ਦੇ ਵਿੱਚ ਇੱਕ ਤੱਤ ਦੇ ਦੋ ਹਿੱਸੇ ਕਰ ਲੈਣੇ। ਇਸ ਤਰ੍ਹਾਂ ਇਹ 10 ਹੋ ਜਾਣੇ। ਜਿਵੇਂ ਸਮਝ ਲਓ ਸੇਬ ਆ ਸੰਤਰਾ ਆ ਖਰਬੂਜਾ ਆ ਕੇਲਾ ਆ ਜਾਂ 5 ਅੰਗੂਰ ਆ ਇਸ ਤਰ੍ਹਾਂ ਹੀ ਤੁਸੀਂ ਸਮਝ ਲਓ ਮਤਲਬ ਜਿਹਦੇ ਹਿੱਸੇ ਹੋ ਸਕਣ। ਇਹ ਵੱਖੋ ਵੱਖਰੇ ਫਲ ਤਾਂ ਦੱਸੇ ਆ। ਮੁੱਖ ਦੀ ਗੱਲ ਵੀ ਪੰਜ ਤੱਤ ਆ ਪੰਜਾਂ ਤੱਤਾਂ ਦੇ ਜਿਹੜੇ ਆ ਇੱਕ ਤੱਤ ਦੇ ਜਿਹੜੇ ਆ ਦੋ ਹਿੱਸੇ ਕਰ ਲੈਣੇ ਬਣ ਗਏ 10। ਫਿਰ ਉਹਨਾਂ ਵਿੱਚੋਂ 5 ਹਿੱਸੇ ਦਾ ਵੱਖਰੇ ਕੱਢ ਲੈਣੇ ਭਾਵ ਅੱਧਾ ਹਿੱਸਾ ਜਿਹੜੇ ਅੱਧਾ ਹਿੱਸਾ ਇੱਕ ਪਾਸੇ ਕਰ ਲੈਣਾ। ਮਾਨੋ ਆਕਾਸ਼ ਆ ਪਾਣੀ ਆ ਇਹ ਧਰਤੀ ਆ ਤੇ ਹਵਾ ਆ ਇਸ ਤਰ੍ਹਾਂ ਜਿਹੜੇ ਪੰਜ ਤੱਤ ਆ ਉਹਨਾਂ ਦੇ ਪੰਜ ਦੋ ਹਿੱਸੇ ਕਰ 10 ਹੋ ਗਏ। ਅੱਧਾ ਹਿੱਸਾ ਜਿਹੜਾ ਵੱਖਰਾ ਕਰ ਲੈਣਾ ਉਹ ਹੋ ਗਏ 5 ਤੇ 5 ਲੱਗੇ ਪਿੱਛੇ। ਬਾਕੀ ਜਿਹੜੇ ਪੰਜ ਤੱਤ ਆ ਪੰਜ ਮੁੱਖ ਪਰੇ ਕਰ ਲਏ। ਬਾਕੀ ਜਿਹੜਾ ਅੱਧਾ ਹਿੱਸਾ ਤੱਤਾਂ ਪੰਜਾਂ ਦਾ ਵਾ ਉਹਦੇ ਚਾਰ ਟੁਕੜੇ ਕਰ ਲੈਣੇ। ਉਹ ਚਾਰ ਕਰ ਲਏ ਕਿੰਨੇ ਹੋ ਗਏ 20 ਤੇ 5 25 ਹੋ ਗਏ ਤੇ ਪੰਜਾਂ ਤੱਤਾਂ ਉਹ 25 ਹੋ ਗਏ ਨਾ। ਇੱਥੇ ਮਿਸਰਤ ਸ਼ਬਦ ਆਇਆ ਮਿਸਰਤ ਕੀ ਨੇ 20 ਨੂੰ ਮਿਸ਼ਰਤ ਮਿਲਾ ਦੇਣਾ ਕੀਤਾ ਤੇ ਉਹਨਾਂ ਦਾ ਕਿਵੇਂ ਮਿਲਾਉਣਾ। ਪੰਜ ਤੱਤਾਂ ਨੇ ਆਪਣਾ ਅੱਧਾ ਜਿਹੜਾ ਮੁੱਖ ਹਿੱਸਾ ਵਾ ਉਹ ਆਪਣੇ ਪਾਸ ਹੀ ਰੱਖ ਲੈਣਾ। ਜਿੱਦਾਂ ਸੇਬ ਦਾ 2 ਹਿੱਸੇ ਕੀਤੇ ਨਾ ਅੱਧਾ ਹਿੱਸਾ ਤੇ ਇੱਕ ਪਾਸੇ ਰੱਖ ਲੈਣਾ ਸੇਬ ਦੇ ਜਿਹੜਾ ਅੱਧਾ ਹਿੱਸਾ ਤੇ 4 ਟੋਟੇ ਕਰ ਲੈਣੇ ਆ। ਉਹ 4 ਜਿਹੜੇ ਟੋਟੇ ਆ ਉਹ ਕੀ ਕਰਨੇ ਆ ਦੂਜੇ ਜਿਵੇਂ ਮੰਨ ਲਓ ਅੰਬ ਹੀ ਆ ਸੇਬ ਆ ਅੰਬ ਦੇ ਵੀ
दो हिस्से कीते आ, छे दे दो हिस्से कीते आ, ते बन गया किन्ने किन्ने हो गए ना, जिहड़ा एक हिस्सा रख लेना, जिहड़े चार चार हिस्से आ वो दूजे अद्धे अद्धे हिस्से में मिला देने नूं पंजीकरण कहा जाता। ये कोई एडी वड्डी गल नहीं, सौखा ही आ। एक बार फिर दस दईए कि बड़े समझ नहीं पैंदी। पंज आ तत्त, दो दो हिस्से कर ले, उन्हें अद्ध अद्ध जो कर लेने, ठीक है जी। दो पंजा तत्त कर ले, बन गए 10। पांच दे एक पासे रख लेना, उन्होंने छेड़ना ही नहीं, उन्होंने नहीं कुछ भी करना। जिहड़ा अद्धा अद्धा हिस्सा दे चार चार टोटे कर लेने, चौं पंजा तत्तां दे चार चार टोटे कर लेने, वो बन गए 20। वो जिहड़े आकाश का अद्धा हिस्सा वा, जिहड़ा जिहदे चार टोटे कीते आ, उहनूं मिला देना बाकी चौं तत्तां च। इस तरह जिहड़े वायु दे चार अद्धे हिस्से चार टोटे कीते, उहनूं दूजे चौं तत्तां च मिला देना। भाव एक तत्त नूं दो हिस्सिਆਂ 'ਚ करके ਉਹਦਾ ਅੱਧਾ ਭਾਗ ਤੇ रख लेना अपने कोल ही। ਜਿਹੜੇ ਅੱਧੇ ਦੇ चार हिस्से ਕੀਤੇ ਉਹ ਦੂਜੇ ਚੌਂ ਤੱਤਾਂ 'ਚ ਮਿਲਾ ਦੇਣੇ। ਇਸੇ ਤਰ੍ਹਾਂ ਦੂਜੇ ਨੂੰ ਸਮਝ ਲੈਣੇ, ਉਹਨੂੰ ਕਹਿੰਦਾ ਪੰਜੀਕਰਨ। ਤੇ ਉਹਦੇ ਨਾਲ ਕੀ ਹੋ ਜਾਂਦਾ ਵਾ, ਇੱਕ ਦੂਜੇ ਦੇ ਵਿੱਚ ਉਹ ਮਿਸ਼ਰਤ ਹੋ ਜਾਂਦੇ, ਮਿਲ ਜਾਂਦੇ ਆ। ਭਾਵ ਇੱਕ ਤੱਤ 'ਚ ਦੂਜੇ ਚਾਰ ਤੱਤਾਂ ਦੀ ਵੀ ਮਿਲਾਵਟ ਹੋ ਜਾਂਦੀ, ਇਹਨੂੰ ਕਹਿੰਦਾ ਪੰਜੀਕਰਨ। ਹੁਣ ਸਾਡਾ ਸਰੀਰ ਕੀ ਆ, ਪੰਜ ਤੱਤਾਂ ਦਾ ਹੀ ਆ, ਜਿਹਦਾ ਪੰਜੀਕਰਨ ਹੋਇਆ ਵਾ ਸਰੀਰ ਦਾ। ਤੇ ਪੰਜੀਕਰਨ ਕਿਵੇਂ ਹੋਇਆ, ਇੱਕ ਤੱਤ 'ਚ ਚਾਰ ਚਾਰ ਤੱਤ ਮਿਲੇ ਹੋਏ ਆ। ਇਹ ਅੱਗੇ ਆਈ ਜਾਣਾ ਹੈ। ਛਪੈ ਛੰਦ ਅਸਥ ਅਸਥ ਮਾਸ ਤਵਕ ਰਾਓ ਮਨਾੜਿਕਾ। ਇਹ ਸਿੱਖ ਸੁਣ, ਅਸਥ ਹੱਡੀਆਂ ਤੇ ਨੌ ਅਤੇ ਦੰਦ ਵੀ ਹੱਡੀਆਂ ਦਾ ਹੀ ਹਿੱਸਾ ਹਨ। ਆੜੇ ਨੌ ਆ ਤੇ ਦੰਦ ਵੀ ਹੱਡੀਆਂ ਦਾ ਹਿੱਸਾ ਹੀ ਆ, ਸਮਝ ਲੈਣਾ। ਅਸਥ ਇੰਨਾ ਸਮਝ ਲਓ, ਅਸਥ ਹੱਡੀਆਂ, ਮਾਸ, ਤਵਕ ਚਮੜੀ ਤੇ ਰੋਮ, ਨਾੜਕਾ ਨਾੜੀਆਂ, ਪ੍ਰਗਟ ਪੰਜ ਭੋਵ। ਇਹ ਜਿਹੜੇ ਪੰਜ ਕਹੀਏ ਪੰਜੇ ਜਾਂ ਭੋਵ ਕਹੀਏ ਧਰਤੀ ਪ੍ਰਿਥਵੀ ਤੋਂ ਪ੍ਰਗਟ ਹੀ ਹੋਏ। ਇਹ ਪ੍ਰਿਥਵੀ ਦੇ ਪੰਜ ਹਿੱਸੇ ਆ, ਜਿਹੜੇ ਆ ਪੰਜ ਦੱਸੇ ਨਾ, ਮਾਸ, ਅਸਥ ਹੱਡੀਆਂ, ਤਵਕ ਚਮੜੀ, ਰੋਮ, ਨਾੜੀਆਂ। ਇਹ ਪ੍ਰਿਥਵੀ ਦੇ ਪੰਜ ਹਿੱਸੇ ਆ, ਪ੍ਰਗਟ ਹੀ ਸਮਝ ਲੈਣੇ। ਅੱਗੇ ਦਾ ਖੁਲਾਸਾ ਉਹ ਵੀ ਆਪਾਂ ਕਰ ਲਵਾਂਗੇ। ਤੇ ਮਾਸ ਤੇ ਚਮੜੀ 'ਚ ਫਰਕ ਆ, ਇਹ ਵੀ ਸਮਝਣਾ। ਮਾਸ ਉੱਪਰ ਹੁੰਦਾ ਵਾ, ਚਮੜੀ ਥੱਲੇ ਹੁੰਦੀ ਆ। ਮਾਸ ਆਪਣਾ ਕੋਈ ਗਰਮ ਤੱਤਾ ਲੱਗ ਜੇ, ਛਾਲਾ ਜਾਂ ਕਿਤੋਂ ਜਿਹੜਾ ਛੱਡ ਜਾਂਦਾ ਸਿਲਕਾ ਜਾਂ, ਇਹ ਮਾਸ ਆ। ਅੰਦਰ ਜਿਹੜਾ ਹੈ ਪਰਤ ਜਿਹੜੀ ਚਿੱਟੀ ਚਿੱਟੀ ਜਿਹੀ ਚਰਬੀ ਜਿਹੀ ਵਾਲੀ, ਉਹ ਚਮੜੀ। ਇਹ ਵੀ ਫਰਕ ਹੁੰਦਾ। ਇਹ ਫਰਕ ਅੱਗੇ ਆ ਹੀ ਜਾਊਗਾ, ਖੋਲ ਜਦੋਂ ਆਪਾਂ ਪੜਾਂਗੇ। ਜਿਹੜਾ ਮਾਸ ਆ ਇਹ ਅੰਦਰਲੀ ਪਰਤ ਹੁੰਦੀ ਆ, ਗਲਤੀ ਨਾਲ ਬੋਲਿਆ ਗਿਆ। ਮਾਸ ਜਦੋਂ ਆਪਣੇ ਉੱਪਰੋਂ ਚਮੜੀ ਦਾ ਛਿਲਕਾ ਦੱਸਦਾ ਨਾ, ਇਹਨੂੰ ਵੀ ਆਪਾਂ ਮਾਸ ਹੀ ਕਹਿ ਦਿੰਦੇ ਹਾਂ ਜਿੱਤੇ। ਤੇ ਪਰ ਮਾਸ ਉੱਪਰ ਅੰਦਰਲੀ ਜਿਹੜਾ ਅੰਦਰਲਾ ਚੰਮ ਜਿਹਾ ਆ, ਉਹ ਹੁੰਦਾ ਹੈ ਮਾਸ, ਕਿਉਂਕਿ ਉਹ ਗਿੱਲਾ ਜਿਹਾ ਹੁੰਦਾ। ਹੁਣ ਆਪਣਾ ਉੱਤਰੋਂ ਮਾਸ ਤੇ ਗਿੱਲਾ ਨਹੀਂ, ਇਹ ਤਵਚਾ, ਇਹਨੂੰ ਚਮੜੀ ਕਿਹਾ ਜਾਂਦਾ। ਚਮੜੀ ਮਾਸ 'ਚ ਫਰਕ ਆ। ਅੰਦਰਲਾ ਹਿੱਸਾ ਮਾਸ ਆ, ਬਾਹਰਲਾ ਹਿੱਸਾ ਚਮੜੀ। ਰੇਤ ਪਿੱਤ ਔਰ ਸਵੇਤ ਲਾਰ ਪੁਨ। ਰੇਤ ਕਹੀਏ ਬੀਰਜ, ਪਿੱਤ ਪਿੱਤ ਇੱਕ ਹਿਰਦੇ 'ਚ ਨਿਵਾਸ, ਇਹਦਾ ਬਹੁਤ ਥਾਵਾਂ 'ਤੇ ਨਿਵਾਸ ਆ। ਇਹ ਅੰਦਰ ਸਰੀਰ ਦੇ ਹੀ ਹੁੰਦੀ ਆ ਪਿੱਤ। ਔਰ ਸਵੇਤ ਲਾਰ ਪੁਨ, ਅਤੇ ਸਵੇਤ ਕਹੀਏ ਪਸੀਨਾ, ਲਾਰ ਲਾਲਾਂ, ਪੁਨ ਕਹੀਏ ਫੇਰ। ਰੁਦਰ ਨੀਰ ਧਰੋਵ, ਰੁਦਰ ਖੂਨ। ਇਹ ਜਿਹੜੇ ਪੰਜੇ ਦੇ ਆ ਤੱਤ ਧਰੋਵ,
ਧਰੁਵ ਧਰੁਵ ਨਾਮ ਕੀਦਾ ਨਿਸ਼ਚੇ ਧਰੁਵ ਦਾ ਅਰਥ ਹੈ ਨਿਸ਼ਚੇ ਕਰਕੇ ਨੀਰ ਪਾਣੀ ਤੋਂ ਬਣੇ ਆ। ਪਾਣੀ ਤੋਂ ਕੀ ਬਣੇ? ਕਿਹੜੇ ਪੰਜ? ਖੂਨ, ਲਾਲ, ਪਸੀਨਾ, ਪਿੱਤ, ਰੇਤ। ਜਿਹੜੀ ਪਿੱਤ ਪੀਲੇ ਰੰਗ ਦਾ ਇੱਕ ਦਰਾਵੀ ਪਦਾਰਥ ਆ ਸਰੀਰ ਦੇ ਅੰਦਰ ਹੁੰਦਾ ਹੈ। ਭੂਖ ਪਿਆਸ ਮੁਖ ਪ੍ਰਭਾ, ਭੁੱਖ ਪਿਆਸ ਜਿਹੜੀ ਤੇ ਆ, ਮੁੱਖ ਚਿਹਰੇ ਦੀ ਜਿਹੜੀ ਮੁੱਖ ਪ੍ਰਭਾ, ਚਿਹਰੇ ਦੀ ਜਿਹੜੀ ਸੋਭਾ ਵਾ, ਕ੍ਰਾਂਤੀ ਆ, ਸੁੰਦਰਤਾ। ਹਾਂਜੀ, ਨੀਂਦ ਆਲਸਿਆ ਸੋ ਤੇਜ ਗਨ, ਆਲਸਿਆ ਆਲਸ ਜਿਹੜਾ ਦਲਿੱਦਰ ਆ, ਆਲਸਿਆ ਦਲਿੱਦਰ ਸੋ ਕਹੀਏ ਇਹ ਜਿਹੜੇ ਆ ਤੇਜ ਅੱਗ ਤੋਂ ਬਣਿਆ, ਗਣ ਕਹੀਏ ਜਨ ਲੈਣਾ ਕਰ, ਇਹ ਗਣ ਕਹੀਏ ਗਿਣ ਲੈਣਾ ਕਰ। ਅੱਗ ਤੋਂ ਬਣੀ ਕੀ ਆ? ਇਹ ਅੱਗ ਦੇ ਕਿਹੜੇ ਤੱਤ ਆ? ਆਲਸ, ਨੀਂਦ, ਮੁੱਖ ਪ੍ਰਭਾ, ਪਿਆਸ ਤੇ ਭੁੱਖ। ਧਾਵਨ ਕੂਦਨ ਚਲਣ, ਧਾਵਨ ਦੌੜਨਾ, ਕੁੱਦਣ ਉਛਲਣਾ, ਛਾਲਾਂ ਜਿਹੀਆਂ ਮਾਰਨੀਆਂ, ਚੱਲਣ ਚੱਲਣਾ, ਤੁਰਨਾ। ਸकुच ਪਰਸਣ ਸੋ ਪਵਨ ਭਾਨ, ਸकुच ਜਿਹੜਾ ਸੁੰਗੜਨਾ ਹੈ, ਸੰਕੋਚ ਜਿਹਾ ਕਰਨਾ, ਅਤੇ ਪਰਸਣ ਸਪਰਸ਼ ਕਰਨਾ। ਸੋ ਕਹੀਏ ਇਹ ਜਿਹੜੇ ਆ ਪੰਜੇ, ਇਹ ਪਵਨ ਹਵਾ, ਪਵਨ ਕਹੀਏ ਹਵਾ ਤੋਂ ਬਣੇ ਹੋਏ, ਭਨ ਕਹੀਏ ਉਚਾਰਨੇ ਕਰੀਦੇ ਹੈ। ਹਵਾ ਤੋਂ ਬਣੇ ਭਨ ਕਹੀਏ ਉਚਾਰਦੇ ਹੈ ਮਹਾਤਮਾ ਸੰਤ ਮਹਾਂਪੁਰਸ਼ ਧਰਮ ਗ੍ਰੰਥ। ਸਿਰ ਕੰਠ ਉਦਰ ਔਰ ਹਿਰਦੈ ਘਟ, ਸਿਰ ਕੰਠ ਗਲਾ, ਉਦਰ ਪੇਟ ਔਰ ਅਤੇ ਹਿਰਦੈ ਛਾਤੀ, ਜਿਹੜੀ ਛਾਤੀ ਵਾਲਾ ਸਥਾਨ ਫੇਫੜਿਆਂ ਦੇ ਕੋਲ, ਘਟ ਲੱਕ, ਯਹ ਆਕਾਸ਼ ਵਿਦ ਪੰਚ ਲੈ ਹੈ। ਤੇ ਯਹ ਕਹੀਏ ਇਹ ਜਿਹੜੇ ਪੰਜੇ ਆ, ਸਿਰ, ਗਲਾ, ਪੇਟ, ਹਿਰਦਾ ਤੇ ਲੱਕ ਆ, ਇਹ ਆਕਾਸ਼ ਤਤ ਤੋਂ ਲਹਿ ਕਹੀਏ ਪ੍ਰਾਪਤ ਹੋਏ, ਵਿਦ ਜਾਣ ਲੈਣਾ ਕਰੋ। ਆਕਾਸ਼ ਤੋਂ ਵਿਦ ਕਹੀਏ ਪ੍ਰਗਟ ਹੋਏ, ਪੰਜੇ ਲਹਿ ਕਹੀਏ ਜਾਣ ਲੈਣਾ ਕਰੋ। ਇੱਦਾਂ ਸਮਝ ਲਓ। ਇਨ ਪੰਚ ਭੂਤ ਪੰਚੀਕਰਨ ਕਰ, 25 ਸੁਖਦੇਵ ਕਹਿ। ਇਨ ਪੰਚ ਭੂਤ ਪੰਚੀਕਰਨ, ਇਸ ਪ੍ਰਕਾਰ ਜਿਹੜੇ ਪੰਜ ਭੂਤ, ਵੇਖੋ ਇੱਥੇ ਪੰਜ ਭੂਤ ਲਿਖ ਦਿੱਤਾ। ਪੰਜ ਭੂਤਾਂ ਦਾ ਪੰਚੀਕਰਨ ਕਰਕੇ 25 ਸੁਖਦੇਵ ਕਹਿ। ਕਿ ਸੁਖਦੇਵ ਨਿਰਮਲੇ ਸੰਤ ਮਹਾਂਪੁਰਸ਼ ਕਹਿੰਦੇ ਆ ਵੀ ਇਹ ਜਿਹੜੇ ਆ 25 ਬਣ ਗਏ ਹਨ, ਪੰਜੀ ਬਣ ਗਏ। ਇਨ ਪੰਜ ਭੂਤ ਪੰਚੀਕਰਨ, ਇਹਨਾਂ ਪੰਜਾਂ ਭੂਤ ਜਿਹੜੇ ਪੰਜ ਭੂਤ ਆ, ਜਿਹੜੇ ਪੰਜ ਤੱਤ ਆ, ਇਹਨਾਂ ਦਾ ਪੰਚੀਕਰਨ ਕਰਕੇ 25 ਹੋ ਗਏ। ਕਹਿ ਸੁਖਦੇਵ ਕਹਿ, ਸੁਖਦੇਵ ਨਿਰਮਲੇ ਸੰਤ ਮਹਾਂਪੁਰਸ਼ ਗ੍ਰੰਥ ਕਰਤਾ ਜੀ ਕਹਿੰਦੇ ਹਨ। ਹੁਣ ਇੱਥੇ ਕਹਿੰਦੇ ਕਈ ਇਹ ਕਹਿ ਦਿੰਦੇ ਆ, ਕਹਿੰਦੇ ਵੀ ਜਿਹੜੇ ਪੰਜ ਭੂਤ ਆ ਇਹ ਸੂਖਮ ਤੱਤਾਂ ਨੂੰ ਕਿਹਾ ਜਾਂਦਾ, ਜਿਹੜੇ ਮਹਾਭੂਤ ਹੈ ਉਹ ਆਕਾਸ਼ ਤੱਤ ਸਥੂਲ ਤੱਤਾਂ ਨੂੰ ਕਿਹਾ ਜਾਂਦਾ। ਪਰ ਇਹ ਨਹੀਂ, ਐਸਾ ਨਹੀਂ ਹੈ। ਪਿੱਛੇ ਆਇਆ ਸੀ ਪੰਜ ਭੂਤ ਕੇ ਅੰਸ਼ ਤੇ ਉਪਜੇ ਮਨ ਅਰ ਬੁੱਧ। ਤੇ ਜਦੋਂ ਆਪਾਂ ਵੇਖੋ ਕਰਮ ਇੰਦਰੇ, ਗਿਆਨ ਇੰਦਰੇ, ਉਹਨਾਂ ਦੇ ਬਾਰੇ ਪੜ੍ਹਿਆ, ਉਹ ਕਿਹਨਾਂ ਤੋਂ ਹੋਇਆ? ਪੰਜ ਤੱਤਾਂ ਤੋਂ ਹੋਏ। ਤੇ ਉਹਨਾਂ ਦੇ ਵਿਸ਼ੇ ਵੱਖੋ ਵੱਖਰੇ, ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ ਦੱਸੇ। ਉੱਥੇ ਲਿਖਿਆ ਪੰਜ ਭੂਤ ਕੇ ਅੰਸ਼ ਨੇ, ਉਦੋਂ ਕਹਿੰਦੇ ਸੂਖਮ ਤੱਤਾਂ ਤੋਂ ਬਣੇ ਆ। ਐਸਾ ਨਹੀਂ ਅਰਥ। ਜਦੋਂ ਪੰਜ ਗਿਆਨ ਇੰਦਰੇ, ਪੰਜ ਕਰਮ ਇੰਦਰੇ, ਇਹ ਪੰਜ ਮਹਾਭੂਤਾਂ ਤੋਂ ਬਣੇ ਆ। ਮਨ ਬੁੱਧ ਵੀ ਇਹਨਾਂ ਤੋਂ ਹੀ ਬਣੇ ਆ, ਇਸ ਤਰ੍ਹਾਂ ਸਮਝ ਲੈਣਾ। ਤੇ ਅੱਗੇ ਮਹਾਭੂਤ ਕਿਹਾ, ਕਹਿੰਦੇ ਮਹਾਭੂਤ ਪੰਜ ਸਥੂਲ ਤੱਤਾਂ ਨੂੰ ਕਿਹਾ ਜਾਂਦਾ ਹੈ। ਪੰਜ ਭੂਤ ਜਿਹੜੇ ਆ ਉਹ ਕਹਿੰਦੇ ਜੀ ਸੂਖਮ ਤੱਤਾਂ ਨੂੰ ਕਿਹਾ ਜਾਂਦਾ। ਐਸਾ ਨਹੀਂ ਹੈ। ਇੱਥੇ ਹੁਣ ਆ ਹੀ ਗਿਆ, ਵੇਖੋ ਅਗਲੇ ਬੰਨੇ, ਇਨ ਪੰਜ ਭੂਤ, ਇਹ ਜਿਹੜੇ ਪੰਜ ਭੂਤ ਆ, ਉੱਥੇ ਪੰਜ ਭੂਤ ਆਇਆ। ਇਹਨਾਂ ਪੰਜ ਭੂਤ ਕਹੀਏ ਪੰਜ ਤੱਤਾਂ ਦਾ ਪੰਜੀਕਰਨ ਕਰਕੇ 25 ਹੋ ਗਏ ਆ, ਸੁਖਦੇਵ ਜੀ ਕਹਿੰਦੇ ਹਨ। ਸੋ ਅੱਜ ਇੱਥੇ ਸਮਾਪਤੀ ਕਰਦੇ ਹਾਂ। ਇਸੇ ਜਿਹੜਾ ਛਪਾ ਛੰਦ ਆ 70 ਨੰਬਰ, ਇਹਦੇ ਬਾਰੇ ਕੱਲ੍ਹ ਆਪਾਂ ਥੋੜ੍ਹਾ ਵਿਸਥਾਰ ਨਾਲ ਕਹਾਂਗੇ। ਤੇ
क्यों किहड़ा तत्त किहदे विच मिलिया, किस करके मिलिया, ਉਹਦੀ निशानी की, ਇਹਦੇ ਲੱਛਣ की है। तो हुण आपां इत्थे समाप्ति करते हैं अज, क्योंकि समा नहीं लेट होने करके इत्थे समाप्ति करते हैं। सिर कंठ उदर और हृदय कट, यह काश विद पंच लह, इन पंच भूत पंची करण कर, 25 सुखदेव कह। वाहिगुरु जी का खालसा, वाहिगुरु जी की फतेह।